ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨ ਵਿਰਲੇ ਜਾਣੀ। ਤਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਣਾ ਜੀਓ। ਸੇ ਨੇਤਰ ਪਰਵਾਣ ਜਿਨੀ ਦਰਸ਼ਨ ਪੇਖਾਂ, ਸੇ ਘਰ ਭਲੇ ਜਿਨੀ ਹਰ ਜਸ ਲੇਖਾਂ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਉਹ ਹਉ ਬਲ ਤਿਨ ਸੰਗ ਪਛਾਣਾ ਜੀਓ। ਸੋ ਸੁਣ ਸਾਜਣ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮੇ ਉਦਾਰੇ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਪ ਜਾਣਾ ਜੀਓ। ਦੋਇ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਕਿਉ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਦੋਇ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਕਿਉ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਉਸ ਬਾਣੀ ਨੂੰ ਪੜ੍ਹਨਾ ਸਫਲ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਬਖਾਨ ਕਰਦਾ ਹੈ ਜੀ। ਪਰ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਬਾਣੀ ਨੂੰ ਸਮਝਿਆ ਹੈ ਜੀ। ਹੇ ਭਾਈ, ਉਹ ਵੇਲਾ ਭਾਗਾਂ ਵਾਲਾ ਧਨ ਜਾਣੋ, ਜਿਸ ਵੇਲੇ ਪਰਮਾਤਮਾ ਦੇ ਜਸ ਗਾਏ ਜਾਣ ਤੇ ਸੁਣੇ ਜਾਣ। ਸੰਸਾਰ ਵਿੱਚ ਜਨਮੇ ਉਹੀ ਮਨੁੱਖਾ ਮਿਆਰ ਵਿੱਚ ਪੂਰੇ ਗਿਣੇ ਜਾਂਦੇ ਹਨ, ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਤੇ ਸੁਣਦੇ ਹਨ। ਭਾਵ ਉਹ ਸਾਧਕ ਸੰਸਾਰ ਵਿੱਚ ਆ ਕੇ ਪ੍ਰਵਾਨ ਚੜ੍ਹਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਉਣ ਦੇ ਯੋਗ ਹਨ ਅਤੇ ਪ੍ਰਵਾਨ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਜੀ। ਉਹ ਹੱਥ ਚੰਗੇ ਹਨ, ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਹਰ ਜਸ ਨੂੰ ਲਿਖਿਆ ਹੈ। ਉਹ ਪੈਰ ਸੋਹਣੇ ਸੁੱਖ ਦੇਣ ਵਾਲੇ ਹਨ, ਜਿਹੜੇ ਪਰਮਾਤਮਾ ਦੇ ਮਿਲਾਪ ਦੇ ਮਾਰਗ ਉੱਤੇ ਤੁਰਦੇ ਹਨ। ਮੈਂ ਉਹਨਾਂ ਅੱਖਾਂ, ਹੱਥਾਂ, ਪੈਰਾਂ ਤੋਂ ਬਲਿਹਾਰੇ ਜਾਂਦਾ ਹਾਂ, ਕਿਉਂਕਿ ਇਹਨਾਂ ਦੀ ਸੰਗਤ ਵਿੱਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ। ਭਾਵ ਪਰਮਾਤਮਾ ਨੂੰ ਪਛਾਣਿਆ ਜਾ ਸਕਦਾ ਹੈ ਜੀ। ਹੇ ਮੇਰੇ ਪਿਆਰੇ ਮਿੱਤਰ ਪ੍ਰਭੂ, ਸੱਜਣ ਪ੍ਰਭੂ, ਮੇਰੀ ਬੇਨਤੀ ਸੁਣੋ ਜੀ। ਮੈਨੂੰ ਸਾਧ ਸੰਗਤ ਦਿਓ। ਸਾਧ ਸੰਗਤ ਵਿੱਚ ਰਿਹਾ ਇੱਕ ਖਿਣ ਵਿੱਚ ਹੀ ਪਾਪਾਂ ਵਿਕਾਰਾਂ ਤੋਂ ਬਚ ਜਾਈਦਾ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਰਹਿ ਕੇ ਗੁਰ ਸ਼ਬਦ ਦੀ ਸਿੱਖਿਆ ਲੈਂਦਾ ਹੈ, ਉਸ ਦੇ ਸਾਰੇ ਪਾਪ ਕੱਟ ਕੇ ਉਸ ਦਾ ਮਨ
ਨਿਰਮਲ ਹੋ ਜਾਂਦਾ ਹੈ ਜੀ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ਜੀ। ਭਾਵ ਸੰਸਾਰ ਵਿੱਚ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਭਾਈ ਦੋਵੇਂ ਹੱਥ ਜੋੜ ਕੇ ਪਰਮਾਤਮਾ ਦੇ ਦਰ ਉੱਤੇ ਇੱਕ ਬੇਨਤੀ ਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪਰਮਾਤਮਾ, ਕਿਰਪਾ ਕਰਕੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਮੈਨੂੰ, ਕਠੋਰ ਚਿੱਤ ਨੂੰ ਸੰਸਾਰ ਸਾਗਰ ਵਿੱਚੋਂ ਡੁੱਬਣੋਂ ਬਚਾ ਲਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਇਹ ਅਰਦਾਸ ਸੁਣ ਕੇ ਪ੍ਰਭੂ ਜੀ ਮੈਂ ਨਾਨਕ ਉੱਤੇ ਕਿਰਪਾਲ ਹੋ ਗਏ ਹਨ ਤੇ ਪ੍ਰਭੂ ਜੀ ਨਾਨਕ ਦੇ ਮਨ ਵਿੱਚ ਪਿਆਰੇ ਲੱਗਣ ਲੱਗ ਪਏ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਆਖਦੇ ਹਨ ਕਿ ਬੋਲ ਅਤੇ ਬੋਲੀ ਦਾ ਮਨੁੱਖੀ ਜੀਵਨ ਵਿੱਚ ਇੱਕ ਮਹੱਤਵਪੂਰਨ ਭਾਗ ਹੈ, ਕਿਉਂਕਿ ਮਿੱਠੇ ਬੋਲਾਂ ਰਾਹੀਂ ਪ੍ਰਭੂ ਨਾਲ ਪ੍ਰੀਤ ਬਣਦੀ ਹੈ। ਬੋਲਾਂ ਨੂੰ ਸੁਣ ਕੇ ਪ੍ਰਭੂ ਆਪਣੇ ਬਾਲਾਂ ਨਾਲ ਪਿਆਰ ਕਰਦਾ ਹੈ। ਪ੍ਰਭੂ ਦੀਆਂ ਸਿਫਤਾਂ ਕਰਨੀਆਂ ਉਸ ਨਾਲ ਜੁੜਨ ਦਾ ਸਭ ਤੋਂ ਵੱਡਾ ਤੇ ਲਾਭਦਾਇਕ ਸਾਧਨ ਹੈ। ਇਸੇ ਪ੍ਰਕਾਰ ਮਨੁੱਖੀ ਜੀਵਨ ਵਿੱਚ ਹਰ ਇੱਕ ਅੰਗ ਦੀ ਸਫਲਤਾ ਇਸ ਵਿੱਚ ਹੈ ਕਿ ਉਹ ਦਰਸਾਏ ਮਾਰਗ ਉੱਤੇ ਟੁਰੇ। ਹੱਥ, ਪੈਰ, ਮੂੰਹ, ਅੱਖਾਂ, ਨੱਕ, ਕੰਨ ਸਾਰੇ ਹੀ ਕਰਤਾਰ ਕਰਨ ਤੇ ਉਸ ਦੀ ਦੱਸੀ ਹੋਈ ਕਾਰ ਵਿੱਚ ਜੁਟੇ ਰਹਿਣ। ਜੇ ਸਰੀਰਕ ਅੰਗ ਇਸ ਕਰਮ ਤੋਂ ਵਾਂਝੇ ਰਹਿੰਦੇ ਹਨ ਤਾਂ ਸਾਰਾ ਜਨਮ ਹੀ ਨਿਸਫਲ ਸਮਝੋ। ਚੌਥੇ ਪਦ ਵਿੱਚ ਜੋ ਬੇਨਤੀ ਕਰਨ ਦੀ ਜਾਚ ਸਿਖਾਈ ਹੈ, ਹਰ ਇੱਕ ਜਗਿਆਸੂ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਮਨੁੱਖਾ ਸਰੀਰ ਦੇ ਸਾਰੇ ਅੰਗ ਧਨ ਹਨ। ਜਿਨ੍ਹਾਂ ਨੇ ਅਧਿਆਤਮਿਕ ਸਾਧਨਾ ਵਿੱਚ ਹਿੱਸਾ ਪਾਇਆ ਹੈ, ਉਹ ਸਮਾਂ ਵੀ ਧਨਤਾ ਯੋਗ ਹੈ, ਜਿਸ ਵਿੱਚ ਪਰਮਾਤਮਾ ਦਾ ਜਸ ਗਾਇਆ ਜਾਂ ਸੁਣਿਆ ਜਾਂਦਾ ਹੈ। ਸਾਧ ਸੰਗਤ ਵਿੱਚ ਅਤੇ ਗੁਰੂ ਸ਼ਬਦ ਦੀ ਸਿੱਖ ਲੈਣ ਨਾਲ ਅਤੇ ਉਹਦੇ ਉੱਤੇ ਚੱਲਣ ਨਾਲ ਮਨ ਨਿਰਮਲ ਹੁੰਦਾ ਹੈ ਜੀ। ਪਾਪ ਕੱਟੇ ਜਾਂਦੇ ਹਨ ਜੀ ਅਤੇ ਸੰਸਾਰ ਭਵਸਾਗਰ ਤੋਂ ਤਰ ਜਾਂਦਾ ਹੈ ਜੀ। ਪੱਥਰ ਵਰਗੇ ਕਠੋਰ ਚਿੱਤ ਵਾਲੇ ਵੀ, ਵਿਕਾਰਾਂ ਵਾਲੇ ਵੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਅਤੇ ਗੁਰ ਸ਼ਬਦ ਦੀ ਸਿੱਖ ਨਾਲ ਦਰਵਿਤ ਹੋ ਜਾਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।